ਕੁਗਤ ਪੰਜ ਚਾਰਨਾ ਕਰਕੇ ਕਈ ਮਹੀਨੇ ਅਮਨ ਚੈਨ ਵਰਤੀ ਰਹੀ ਤਾਂ ਸਿੰਘ ਆਪਣੇ ਆਪਣੇ ਟਿਕਾਣਿਆਂ ਦੇ ਉੱਤੇ ਤੇ ਬਾਬਾ ਬੰਦਾ ਸਿੰਘ ਬਹਾਦਰ ਸੀ ਜੋ ਉਹ ਰਾਜਾ ਸੁੰਦਰ ਮੰਡੀ ਵਾਲੇ ਦੇ ਘਰ, ਜਿੱਥੇ ਉਸਦੇ ਸਹੁਰੇ ਪਿੰਡ ਸਨ, ਕਿਉਂਕਿ ਰਾਜਾ ਸੁੰਦਰ ਮੰਡੀ ਵਾਲੇ ਨੇ ਆਪਣੀ ਲੜਕੀ ਦਾ ਵਿਆਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੀਤਾ ਹੋਇਆ ਸੀ। ਉਹ ਇੱਥੇ ਆਪਣੇ ਸਹੁਰੇ ਘਰ ਰਹਿ ਰਿਹਾ ਸੀ। ਜਲਾਲਾਬਾਦ ਵਾਲੇ ਨਵਾਬ ਜਲਾਲ ਖਾਂ ਨੇ ਜਦੋਂ ਉਸਨੂੰ ਪਤਾ ਲੱਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਹੁਣ ਇੱਧਰ ਨਹੀਂ ਆ ਰਿਹਾ, ਤਾਂ ਉਸਨੇ ਵੱਡਾ ਭਾਰੀ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। ਅਤਿਆਚਾਰ ਕਰਨ ਦਾ ਜਾਲ ਫੈਲਾ ਦਿੱਤਾ। ਆਪਣੀ ਚੰਦਰੀ ਚਾਹ ਪੂਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਜਦ ਮੇਟ ਦੇ ਇਰਦ ਗਿਰਦ ਦੂਰ ਦੂਰ ਤੱਕ ਦੇਸ਼ ਨਿਵਾਸੀ ਲੋਕ ਮੁਸਲਮਾਨਾਂ ਦੇ ਹੱਥੋਂ ਹਿੰਦੂਆਂ ਉੱਤੇ ਹੋ ਰਹੇ ਜ਼ੁਲਮਾਂ ਨੂੰ ਦੇਖ ਕੇ, ਸੁਣ ਕੇ, ਅਤਿਆਚਾਰ ਜੋ ਮੁਸਲਮਾਨ ਹਿੰਦੂਆਂ ਦੇ ਉੱਪਰ ਕਰ ਰਹੇ ਸਨ, ਉਹਨਾਂ ਨੂੰ ਰੋਕਣ ਦੇ ਲਈ ਬਾਬੇ ਬੰਦੇ ਸਿੰਘ ਬਹਾਦਰ ਨੇ ਹਿੰਦੂਆਂ ਦੀਆਂ ਫਰਿਆਦਾਂ ਸੁਣ ਕੇ ਉਹਨਾਂ ਨੂੰ ਸੁਖੀ ਕਰਨ ਲਈ ਪੰਥ ਖਾਲਸੇ ਲੋਹਗੜ੍ਹ ਤੋਂ ਉੱਠ ਕੇ ਪਹਿਲਾਂ ਸਹਾਰਨਪੁਰ ਦੇ ਪਰਾਗਣੇ ਦੀ ਸੁਧਾਈ ਕੀਤੀ, ਫਿਰ ਦੇਵਬਨ, ਮੀਰਾਪੁਰ, ਮੁਜ਼ੱਫਰਨਗਰ ਵਗੈਰਾ ਬਹੁਤ ਸਾਰੇ ਸ਼ਹਿਰਾਂ, ਕਸਬਿਆਂ, ਪਿੰਡਾਂ ਦੀ ਸੁਧਾਈ ਕਰਦੇ ਹੋਏ ਸਿੰਘਦਾਰ ਜਲਾਲ ਖਾਨ ਨਵਾਬ ਵਰਗੇ ਜੋ ਬਹੁਤ ਸਾਰੇ ਵੱਡੇ ਵੱਡੇ ਰਈਸਾਂ ਨੂੰ ਦਾਰਦੇ ਹੋਏ ਕਈ ਮਹੀਨੇ ਉਸ ਦੇਸ਼ ਦਾ ਦੌਰਾ ਕਰਕੇ ਮੋਟੀਆਂ ਮੋਟੀਆਂ ਮਤੇ ਦੀਆਂ ਵਡਿਆਈਆਂ ਖੱਟ ਲਿਆਏ ਸਨ। ਉਸ ਸਮੇਂ ਤੋਂ ਉਸ ਦੇਸ਼ ਦੇ ਨਿਵਾਸੀ ਬਹੁਤ ਸਾਰੇ ਜੋ ਛਤਰੀ ਚੜ੍ਹਦੀ ਕਲਾ ਦੇ ਬਾਦੀ ਕੌਮ ਦੇ ਕੇ ਮੁਸਲਮਾਨਾਂ ਦੇ ਜ਼ੁਲਮਾਂ ਜ਼ੁਰਾਵਰੀਆਂ ਤੋਂ ਤੰਗ ਆਏ ਹੋਏ ਸਨ, ਸਿੰਘ ਸੱਜਣ ਲੱਗ ਪਏ ਸਨ, ਜਿਨ੍ਹਾਂ ਦੇ ਵਿੱਚ ਮੁਖੀਏ ਦਰਜੇ ਅਵਲ ਨਨਾਰਸੇ ਪਿੰਡ ਵਾਲੇ ਜੋ ਨਨਾਰ ਗੋਤੇ ਰਾਜਪੂਤ ਹੋਏ ਹਨ, ਜਲਾਲ ਖਾਂ ਵਗੈਰਾ ਮੁਹੰਮਦੀਆਂ ਨੇ ਇਹ ਮਤਾ ਪਕਾ ਲਿਆ ਕਿ ਮੱਕੀ ਰਾਮ ਪੰਡਤ ਜੀ ਮਾਰਫਤ ਜੋ ਇੱਕ ਬੜਾ ਮਸ਼ਹੂਰ ਬ੍ਰਾਹਮਣ ਰਾਜਪੂਤਾਂ ਦਾ ਪੁਰੋਹਿਤ ਸੀ, ਉਹਦੇ ਜ਼ਰੀਏ ਆਪਾਂ ਇਹਨਾਂ ਰਾਜਪੂਤਾਂ ਨੂੰ ਕੈਦ ਕਰ ਲੈਣਾ ਹੈ। ਉਹ ਕੀਤਾ ਕਿਵੇਂ? ਸੰਗਤ ਜੀ ਜੋ ਮੱਤੀ ਰਾਮ ਪੁਰੋਹਿਤ ਸੀ, ਜੋ ਇਹ ਬਾਬਾ ਰਾਜਪੂਤਾਂ ਦਾ ਪੁਰੋਹਿਤ ਸੀ ਬ੍ਰਾਹਮਣ, ਉਹਦੇ ਨਾਲ ਫਿਰ ਇਹਨਾਂ ਨੇ ਮੇਲ ਕੀਤਾ। ਜਲਾਲ ਖਾਂ ਨੇ ਆਪਣੇ ਪੁੱਤਰ ਦੇ ਵਿਆਹ ਦੇ ਵਿੱਚ ਦਗੇ ਫਰੇਬ ਨਾਲ ਇਹਨਾਂ ਰਾਜਪੂਤਾਂ ਨੂੰ ਮੇਲੇ ਦੇ ਅੰਦਰ बुला के 200-250 राजपूत कैद कर लए।
ਉਹਨਾਂ ਚੋਂ ਬਹੁਤ ਸਾਰੇ ਤਾਂ ਕਤਲ ਹੋ ਗਏ, ਬਹੁਤ ਨੂੰ ਖਾਣੇ ਦੇ ਵਿੱਚ ਜ਼ਹਿਰ ਪਾ ਕੇ ਸੰਗਤ ਜੀ ਕਿਸੇ ਨੇ ਦਗੇ ਫਰੇਬ ਦੇ ਨਾਲ ਮਾਰ ਦਿੱਤਾ। ਉਹਨਾਂ ਵਿੱਚੋਂ 135 ਕੁ ਸਿੰਘ ਆਪਣੇ ਰਾਜੇ ਭੀਖਾ ਸਿੰਘ ਸਮੇਤ ਜਲਾਲਾਬਾਦ ਦੇ ਕਿਲੇ ਦੇ ਵਿੱਚ ਅਜੇ ਕੈਦ ਸਨ, ਜੋ ਹੁਣ ਕਤਲ ਕੀਤੇ ਗਏ। ਜਦੋਂ ਸਿੰਘਾਂ ਨੇ ਇਹਨਾਂ ਨੂੰ ਛੁਡਾਉਣ ਦਾ ਮਤਾ ਪਾਇਆ, ਇਹ ਖਬਰ ਜਦੋਂ ਪੰਥ ਖਾਲਸੇ ਦੇ ਮੁਖੀਏ ਸਰਦਾਰਾਂ ਦੇ ਬੰਦੇ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਹੁੰ ਪਾ ਕੇ ਛੁਡਾਉਣ ਦਾ ਵਾਅਦਾ ਕਰ ਲਿਆ, ਤਾਂ ਜਲਾਲ ਖਾਨ ਨੇ ਪੰਥ ਦੇ ਵਾਅਦੇ ਨੂੰ ਬਿਰਤਾਂਤ ਪੱਕੇ ਤੌਰ ਤੇ ਕਰ ਲਿਆ ਸੀ। ਤਦੋਂ ਉਹ 135 ਰਾਜਪੂਤ ਉਸ ਦੀ ਕੈਦ ਦੇ ਵਿੱਚ ਸਨ। ਵੱਡੇ ਭਾਰੇ ਕਸ਼ਟ ਦੇ ਕੇ, ਤਸੀਹੇ ਦੇ ਕੇ ਸੰਗਤ ਜੀ ਬਹੁਤ ਜ਼ਿਆਦਾ ਇਹਨਾਂ ਨੂੰ ਦੁੱਖ ਦੇ ਕੇ ਮਾਰ ਸੁੱਟੇ, ਤੇ ਦੇਸ਼ ਵਿੱਚੋਂ ਵੀ ਚੁਣ ਕੇ ਜੋ ਸਿੰਘ ਸਜੇ ਹੋਏ ਸਨ, ਬੇਸ਼ੁਮਾਰ ਜੋ ਸਿੰਘ ਸਜੇ ਹੋਏ ਸਰਦਾਰ ਸਨ, ਉਹ ਮਰਵਾ ਸੁੱਟੇ। ਇੱਧਰ ਪਾਣੀਪਤ ਕਰਨਾਲ ਦੇ ਪ੍ਰਾਗਣੇ ਦੇ ਵੱਲ ਤਰਾਵੜੀ ਦੀ ਸਰਾਂ ਕਿਲੇ ਵਰਗੀ ਵਿੱਚ 5,000 ਸਾਈ ਫੌਜ ਦੀ ਜੋ ਬਾਬੇ ਬੰਦੇ ਬਹਾਦਰ ਨੂੰ ਰੋਕਣ ਦੇ ਵਾਸਤੇ ਉਤਾਰ ਰੱਖੇ ਸਨ। ਉਹਨਾਂ ਨੂੰ ਖਬਰ ਲੱਗੀ ਕਿ ਜੋ ਨਾਰਸੇ ਵਾਲੇ ਸਿੰਘ ਜਲਾਲ ਖਾਨ ਨੇ ਕੈਦ ਕਰ ਰੱਖੇ ਸਨ, ਬੁਰੀ ਤਰ੍ਹਾਂ ਬੇਦਰਸੀ ਨਾਲ ਅਤੇ ਅੰਤ ਦੁੱਖ ਦੇ ਕੇ ਮਾਰ ਸੁੱਟੇ। ਤੇ ਜੋ ਇਹ ਸਿੰਘ ਸਾਰੀ ਫੌਜ ਨੂੰ ਰੋਕਣ ਦੇ ਵਾਸਤੇ ਇੱਥੇ ਉਤਰੇ ਹੋਏ ਸਨ, ਫਿਰ ਇਹਨਾਂ ਨੇ ਇੱਕ ਗੁਰਮਤਾ ਕੀਤਾ। ਇਸੇ ਬਾਤ ਦੇਸ਼ ਦੇ ਨਾਮੀ ਹੋਰ ਬਹੁਤ ਸਾਰੇ ਲੋਕਾਂ ਨੇ ਜਦ ਜਿਹੜੇ ਸੁਨੇਹੇ ਸਿੰਘਾਂ ਦੇ ਕੋਲੇ ਘੱਲੇ ਤਾਂ ਬੜਾ ਭਾਰੀ ਸ਼ੋਕ ਹੋਇਆ, ਪਰ ਬੰਦਾ ਸਿੰਘ ਬਹਾਦਰ ਦੇ ਕੋਲੇ ਖਬਰ ਨਾ ਪਹੁੰਚੀ। ਦੂਜੇ ਜਥਿਆਂ ਵਾਲੇ ਸੁਣ ਕੇ ਅਜੇ ਤਿਆਰੀਆਂ ਹੀ ਕਰ ਰਹੇ ਸੀ, ਤਦੋਂ ਜੋ ਤਰਾਵੜੇ ਵਾਲੇ ਸਿੰਘ ਸਨ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਅੱਜ ਵੀ ਲੱਗ ਗਈ, ਝਟਪਟੀ ਹੋ ਗਈ। ਉਹਨਾਂ ਨੇ ਉਸੇ ਸਮੇਂ ਅਰਦਾਸੇ ਸੋਹ ਦਿੱਤੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਬੇਨਤੀ ਕਰਕੇ, ਚੜ੍ਹਦੀ ਕਲਾ ਦੀ ਅਰਦਾਸ ਕਰਕੇ, ਤੇ 2-400 ਅਨੇਕ ਟੋਰ ਹੋ ਗਏ ਰਸਤੇ ਦੇ ਪਿੰਡਾਂ ਦੇ ਬਿਜਲੀ ਹੁੰਦੇ ਹੋਏ ਉਹ ਸੁੱਟ ਦੇ ਧਰਮ ਵਿਰੋਧੀਆਂ ਨੂੰ ਦਾਲਦੇ ਮਲਦੇ ਉਸ ਦੇਸ਼ ਦੇ ਵਿੱਚ ਜਾ ਫਿਰੇ। ਸੰਗਤ ਜੀ ਇਹ ਹਾਲ ਸੁਣ ਕੇ ਮਾਲਵੇ ਮਾਝੇ ਦੁਆਬੇ ਦੇ ਵੀ ਸਿੰਘ ਟੋਲੀਆਂ ਬਣ ਕੇ ਆਉਣ ਲੱਗ ਪਏ। ਜਲਾਲਾਬਾਦ ਵੱਲ ਨੂੰ ਸਾਰੇ ਇਕੱਠੇ ਹੋਣੇ ਸ਼ੁਰੂ ਹੋ ਗਏ, ਕਿਉਂਕਿ ਪਹਿਲੇ ਜੋ ਇੱਕ ਵਾਰੀ ਉਸ ਦੇਸ਼ ਦੇ ਨਿਵਾਸੀ ਨਵਾਬਾਂ ਦੇ ਸਿੰਘਾਂ ਨੇ ਫਤਿਹ ਪਾਈ ਸੀ, ਇਸੇ ਖੁਸ਼ੀ ਦੇ ਵਿੱਚ ਸਿੰਘ ਭਾਈਆਂ ਦਾ ਬਦਲਾ ਲੈਣ ਲਈ ਸਿੰਘਾਂ ਨੂੰ ਮੰਗ ਹੋ ਗਈ ਤੇ ਬਾਬੇ ਬੰਦੇ ਨੂੰ ਵੀ ਸੁਨੇਹਾ ਦੇ ਕੇ ਆਪ ਜਥੇਬੰਦ ਹੋ ਕਰ ਥਲੇਸਰ ਸ਼ਹਿਰ ਤੀਰਥ ਦੇ ਉੱਤੇ ਜਾ ਕੇ ਇਸ਼ਨਾਨ ਕੀਤਾ। ਇੱਥੇ ਦਾਨ ਪਾਨ ਕਰਕੇ ਤੀਰਥ ਦੇ ਉੱਤੇ ਇਸ਼ਨਾਨ ਕਰਨ ਤੋਂ ਉਪਰੰਤ ਇਹਨਾਂ ਨੇ ਜੋ ਪੁੰਨ ਦਾਨ ਕਰਨਾ ਸੀ ਉਹ ਕਰਕੇ ਕੁਝ ਮੁਸਲਮਾਨਾਂ ਨੂੰ ਮਾਰੋ ਮਾਰ ਕਰਦੇ ਹੋਏ ਜਲਾਲਾਬਾਦ
ਲੋਹਾਰੀ ਦੇ ਨੇੜੇ ਜਾ ਟੁਕੇ। ਹੁਣ ਨਵਾਬ ਜਲਾਲ ਖਾਨ ਨੂੰ ਵੀ ਜਦ ਇਹ ਪੱਕੀ ਖਬਰ ਪਈ ਤਾਂ ਉਸਨੇ ਵੀ ਛੇਤੀ ਛੇਤੀ ਮੁਹੰਮਦੀ ਖਲਕਤ ਫੌਜ ਇਕੱਠੀ ਕਰਕੇ ਸਿੰਘਾਂ ਦੇ ਮੁਕਾਬਲੇ ਵਾਸਤੇ ਤਿਆਰ ਹੋ ਬੈਠਾ। ਇੱਧਰ ਜਦ ਬੰਦਾ ਸਿੰਘ ਬਹਾਦਰ ਨੂੰ ਖਬਰ ਪੁੱਜੀ ਤਾਂ ਉਹ ਵੀ ਤੁਰਕਾਂ ਦੇ ਉੱਤੇ ਦੰਦ ਚੱਲਦਾ ਹੋਇਆ ਰਾਸਤੇ ਵਿੱਚੋਂ ਸੈਂਕੜੇ ਸਿੰਘਾਂ ਨੂੰ ਨਾਲ ਲੈ ਕੇ ਮਾਰੋ ਮਾਰ ਕਰਦਾ ਤੇ ਕਾਤਲ ਦਾ ਰੰਗ ਚੜਾਉਂਦਾ ਹੋਇਆ ਉਸੇ ਦੇਸ਼ ਵਿੱਚ ਜਾ ਲੱਗਿਆ ਜਿਸ ਤੋਂ ਸਿੰਘਾਂ ਦੇ ਹੌਸਲੇ ਹੋਰ ਵੱਧ ਗਏ। ਇੱਥੇ ਪਹਿਲੇ ਮਨਿਹਾਰ ਪੋਤੇ ਰਾਜਪੂਤ ਬਹੁਤ ਰਹਿੰਦੇ ਸਨ। ਸ਼ਾਹਜਹਾਂ ਬਾਦਸ਼ਾਹ ਨੇ ਆਪਣੇ ਵੀਰ ਸ਼ਿਕਾਰੀ ਖੰਨਾ ਵਾਲੇ ਨੂੰ ਜੰਗੀਰ ਵਿੱਚ ਦੇ ਦਿੱਤਾ ਸੀ। ਉਸਨੇ ਜਦ ਇਸ ਪਿੰਡ ਪਰਾਗਣੇ ਦੇ ਸਾਰੇ ਹਿੰਦੂ ਬਹੁਤ ਦੁਖਾਏ ਤਾਂ ਤੰਗ ਆਇਦ ਬਜੰਗ ਆਇਦ ਮਨਿਹਾਰਾਂ ਨੇ ਕਾਂਟੇ ਦੇ ਰਾਜਪੂਤਾਂ ਨੇ ਆਪਣੇ ਸਹਾਇਕ ਬਣਾ ਕੇ ऐसी सख्त लड़ाई की थी। 1000 खां सूबे जैसे चोन में बहुत सारे आदमी मुसलमानों के मारे गए। फतेह का राजपूतां की हुंदी पर जो मीर शिकार की सहायता विच होर फौज साई आ गई ते जदों ये फौज इन्हां दे नाल रली तां राजपूत जो सामने पिछे हट गए। बादशाह ने उन्होंने उजाड़ के देहरे दूर बसा दिता। रोज रोज का झगड़ा मुका छड्या पर इत्थे जलाल खान ने राजपूतां दे मनिहार साहिब की सफाई करके उत्थे जलालाबाद बसा रखी। जद लोहारी आद पिंडां दे राजपूतां ने उसनूं बसना बहाल कर दिता सी तां उसदे मकीरां ब्राह्मण की सलाह मन के अपने पुत्र के बेटे के ब्याह के उत्ते राजपूतां नूं ब्राह्मणां की मार्फत बुलाकर उसका जहर खवा के मारे। कुछ शिकायत करके ते जलाल खान के भाई हसन खान ने 100 राजपूतां नूं दगे नाल मार के उन्हां दे पिंड लोहारी उत्ते कब्जा कर रखिया सी। जदों जलालाबाद लोहारी नाम पै गया सी ਸਿੰਘਾਂ ने उस इलाके के देवबंद मीरापुर मुजफ्फरनगर ननौता मनिहार मेरठ वर्गे होर बहुत सारे कस्बे पिंड लुट के जलालाबाद नूं जाके घेरा पा लिया। सत संगत जी जलाल खान ने अपने पुत्र भतीजे पीर खां जमाल खां दीनदार खां अफजल खां जो फौजा दे के अगे भेज दिता कि जाके तुसीं ਸਿੰਘਾਂ ਦਾ मुकाबला करो, ਸਿੰਘਾਂ ਦੇ ਨਾਲ जाके लड़ाई लड़ो। इस इन्हां दे जांदे सारे ही ਸਿੰਘਾਂ ਦੇ ਨਾਲ लड़ाई छेड़ दी। पैर कट के चंगे लड़े। तुरकानी फौज नूं ਸਿੰਘਾਂ ने 4 सुबेरियां तो घेर लिया। साध संगत जी बहुत सारे तो मारे गए, तंग आके भजन भी लग पे पर किसी पासों राह ना लगे। वो भी फिर घिरे हुए बद के लड़ते रहे। सवेर तो दोपहर तक थक हार के खलोते। तदों जलाल खान ने बाजी अपने हथों जाती देखी, ਸਿੰਘਾਂ की फतेह होती देखी तो उन्हें होर फौज जो 700 सवार सी वो
ਉਹਨਾਂ ਦੀ ਸਹਾਇਤਾ ਦੇ ਵਾਸਤੇ ਭੇਜ ਦਿੱਤਾ। ਗੁਲਾਮ ਮੁਹੰਮਦ ਖਾਂ ਹਜਬਰ ਖਾਂ ਲੈ ਕੇ ਆ ਪਏ, ਪਰ ਗੱਲ ਉਹੀ ਹੋਈ, ਮਨ ਕੀ ਮਨ ਹੀ ਮੈਂ ਨਹੀਂ। ਇਹ ਦੋਵੇਂ ਪੜਕ ਮਾਰੇ ਗਏ। ਆਉਂਦਿਆਂ ਨੂੰ ਇਹ ਸਿੰਘਾਂ ਨੇ ਸਾਂਭ ਲਿਆ। ਦੀਨਦਾਰ ਖਾਂ ਬੇਦਾਰ ਹੋ ਕੇ ਡਿੱਗ ਪਿਆ। ਪਠਾਨ ਭੱਜ ਕੇ ਜਲਾਲਾਬਾਦ ਦੇ ਕਿਲੇ ਦੇ ਵਿੱਚ ਜਾ ਵੜੇ। ਸਿੰਘਾਂ ਨੇ ਵੀ ਬਿੱਲੀਆਂ ਸ਼ੇਰਾਂ ਦੀ ਤਰ੍ਹਾਂ ਕੋਟ ਟੱਪ ਕੇ ਮਾਰ ਮਾਰ ਕੇ ਸਾਬਰ ਲਾ ਲਏ। ਇਹਨਾਂ ਦੇ ਸੱਥਰ ਵਸਾ ਦਿੱਤੇ। ਜਲਾਲ ਖਾਂ, ਹਸਨ ਖਾਂ, ਬਹੁਤ ਸਾਰੇ ਨਾਮੀ ਪਠਾਨ ਤਾਂ ਪਹਿਲੇ ਹੀ ਪੱਤਰਾ ਹੋ ਗਏ ਸਨ, ਭੱਜ ਗਏ ਸਨ। ਬਾਕੀ ਸੰਬੰਧੀ ਉਹਨਾਂ ਦੇ ਪੁੱਤਰ ਪੋਤਰੇ ਸਿੰਘਾਂ ਨੇ ਉਦੋਂ ਚੁਣ ਕਰਕੇ ਕਤਲ ਕਰ ਛੱਡੇ। ਆਪਣੇ ਸਿੱਖ ਭਾਈਚਾਰੇ ਨਾਰਸੇ ਵਾਲਿਆਂ ਦਾ ਬੈਰ ਸਿੰਘਾਂ ਨੇ ਲੈ ਲਿਆ। ਤੇ ਜੋ ਕਾਲਜੇ ਦੇ ਵਿੱਚ ਅੱਗ ਮੱਚ ਰਹੀ ਸੀ ਸਿੰਘਾਂ ਦੀ, ਕਿ ਸਾਡੇ ਭਾਈਚਾਰੇ ਨਾਲ ਇਹਨਾਂ ਨੇ ਇੰਨੇ ਤਸ਼ੱਦਦ ਕੀਤੇ ਹੈ, ਜ਼ੁਲਮ ਕੀਤੇ ਹੈ, ਉਹ ਬਲਦੀ ਅੱਗ ਨੂੰ ਇਹਨਾਂ ਦੇ ਖੂਨ ਨਾਲ ਠੰਡਾ ਕੀਤਾ। ਪਠਾਨਾਂ ਦਾ ਮਾਲ ਮੱਤਾ ਲੁੱਟ ਕੇ 8 ਮੁੜ ਕੇ ਜਾ ਕੇ ਆਪਣਾ ਡੇਰਾ ਕਰ ਲਿਆ। ਆਪਣੇ ਸਾਥੀ ਫੜ ਕੇ ਗੱਡੀਆਂ ਦੇ ਵਿੱਚ ਪਾ ਲਿਆਉਂਦੇ। 5 ਦਿਨ ਉੱਥੇ ਠਹਿਰ ਕੇ ਜੋ ਬਿਮਾਰ ਸਨ, ਸੱਟਾਂ ਫੇਟਾਂ ਲੱਗੀਆਂ ਸਨ, ਉਹਨਾਂ ਦੀ ਦਾਰੂ ਦਵਾ ਕਰਕੇ ਫਿਰ ਫਤਿਹ ਦੇ ਨਗਾਰੇ ਵਜਾਉਂਦੇ ਹੋਏ ਹੱਸਦੇ ਖੇਡਦੇ ਕਰਨਾਲ ਦੇ ਮਨ ਨੂੰ ਮੁੜ ਪਏ। ਜਲਾਲਾਬਾਦ ਦੇ ਜੰਗ ਦੇ ਵਿੱਚ ਭਾਵੇਂ ਬੰਦਾ ਬਹਾਦਰ ਪੰਥ ਦੀ ਅਜਮਾਈ ਕਰਨ ਵਾਸਤੇ ਨਹੀਂ ਆਇਆ ਸੀ, ਪਰ ਫਿਰ ਵੀ ਉਹ ਨੇੜੇ ਇਸ ਲਈ ਘੁੰਮਦਾ ਫਿਰਦਾ ਰਿਹਾ ਕਿ ਜੇ ਲੋੜ ਪਊ ਤਾਂ ਜਾ ਕੇ ਸਿੰਘਾਂ ਦੇ ਨਾਲ ਮਿਲ ਪਵਾਂਗੇ। ਮੁਸਲਮਾਨ ਦੇਸ਼ ਵਿੱਚ ਆਇਆ ਸੁਣ ਕੇ ਬੰਦੇ ਤੋਂ ਬਹੁਤ ਡਰ ਰਹੇ ਸਨ। ਇਹਨੇ ਹੀ ਸੇਖ ਨਾਲ ਸਿੰਘਾਂ ਨੇ ਰੋਟੀ ਰਾੜ ਲਈ, ਕਿਉਂਕਿ ਤਦੋਂ ਬੰਦੇ ਦਾ ਨਾਮ ਹੀ ਹੁਆ ਬਣਿਆ ਹੋਇਆ ਸੀ। ਬੰਦਾ ਸਿੰਘ ਬਹਾਦਰ ਦੇ ਨਾਂ ਤੋਂ ਮੁਸਲਮਾਨ ਬਹੁਤ ਡਰਦੇ ਸਨ, ਠਾਠ ਕਾਉਂਦੇ ਸਨ। ਮੁਸਲਮਾਨਾਂ ਦੇ ਕਲੇਜੇ ਨੂੰ ਅੰਗਾਰੇ ਦੀ ਤਰ੍ਹਾਂ ਸਾੜ ਕੇ ਸੁੱਟ ਦਿੰਦਾ ਸੀ। ਬੰਦਾ ਆਇਆ ਦਾ ਜਗਾਰਾ ਜਦੋਂ ਲੱਗ ਜਾਂਦਾ ਸੀ। ਜਿੱਥੇ ਬੰਦਾ ਨਹੀਂ ਵੀ ਜਾਂਦਾ ਸੀ, ਉੱਥੇ ਵੀ ਬੰਦੇ ਨੂੰ ਸਿੰਘਾਂ ਦੇ ਦਿਲਾਂ ਦੇ ਵਿੱਚ ਮੰਨ ਕੇ ਦੁਸ਼ਮਣ ਸਿੰਘਾਂ ਤੋਂ ਡਰਦੇ ਰਹਿੰਦੇ ਸਨ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਸਿੰਘਾਂ ਦੇ ਦਿਲ ਦੇ ਵਿੱਚ ਬੰਦਾ ਵਸਿਆ ਹੋਇਆ ਹੈ। ਉਸਦੇ ਹੌਸਲੇ ਤੇ ਸਿਖਰ ਰਹੇ ਹਨ। ਸਿੰਘ ਵੀ ਜਦ ਕਦੇ ਆਇਆ ਬੰਦਾ ਇਹ ਆਵਾਜ਼ਾਂ ਦੇ ਦਿੰਦੇ ਸਨ ਨਾ, ਸੰਗਤ ਜੀ ਫਿਰ ਪੈਰੀ ਡੋਰ ਭੌਰ ਹੋ ਕੇ ਭੱਜ ਜਾਂਦੇ ਸਨ ਕਿ ਹੁਣ ਸਾਡੀ ਖੈਰ ਨਹੀਂ, ਬੰਦਾ ਆ ਰਿਹਾ ਹੈ, ਕਿਸੇ ਨੇ ਸਾਨੂੰ ਪ੍ਰਵਾਹ ਸੁੱਟਣਾ। ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਭੈ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਉਹ ਅਕਲ ਵੀਰ ਜਾਂ ਕੋਈ ਜਨਦਾਇਤ ਬਸ ਦੇ ਵਿੱਚ ਕੀਤੇ ਹੋਏ ਹੈ, ਜਿਨ੍ਹਾਂ ਤੋਂ ਮੁਗਲਾਂ ਨੂੰ ਮਰਵਾ ਸਕਦਾ ਹੈ। ਇਸੇ ਡਰ ਦੇ ਕਾਰਨ ਜੋ ਇਹ ਬੈਰੀ ਸੰਗ ਭੱਜ ਜਾਂਦੇ ਸਨ ਅਤੇ ਸਿੰਘਾਂ ਦੀ ਫਤਿਹ ਹੋ ਗਈ। ਹੁਣ ਇਹ ਮੁਹਿੰਮ ਫਤਿਹ ਹੋਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੀ ਪੰਥ ਨੂੰ ਵਧਾਈ ਦੇ ਕੇ ਆਪਣੇ ਸਾਥੀਆਂ ਨੂੰ ਸ਼ਿਕਾਰ ਬਣਾਉਂਦਾ ਹੋਇਆ ਫਿਰ ਤੋਂ ਮੁੜ ਕੇ ਲੋਹਗੜ੍ਹ ਦੇ ਰਾਹ ਪੈ ਗਿਆ। ਪੰਥ ਖਾਲਸਾ ਰਾਹ ਦੇ ਵਿੱਚ ਉਹ ਮੁੜ ਕੇ ਲੋਹਗੜ੍ਹ ਮੰਡੀ ਨੂੰ ਚਲਿਆ ਗਿਆ। ਪੰਥ ਖਾਲਸਾ ਰਾਹ ਦੇ ਲੋਕਾਂ ਤੋਂ ਧੰਨ ਪੰਥ ਖਾਲਸਾ, ਧੰਨ ਧੰਨ ਸਿੱਖ ਹੋਏ, ਧੰਨ ਧੰਨ ਗੁਰੂ
ਗੋਬਿੰਦ ਸਿੰਘ ਜੀ ਇਹਨਾਂ ਨੇ ਸਿੰਘ ਸਜਾਏ। ਇਹੋ ਜਿਹੇ ਖੁਸ਼ੀ ਦੇ ਵਚਨ ਸੁਣਦਾ ਹੋਇਆ ਦਰ ਖਾਲਸਾ ਕਰਨਾਲ ਨੂੰ ਜਾ ਪਹੁੰਚਿਆ। ਇਸ ਮੁਹਿੰਮ ਨੂੰ ਜਿੱਤ ਕੇ ਸਿੱਖਾਂ ਨੇ ਜੋ ਆਪਣੇ ਦਿਲ ਦੇ ਵਿੱਚ ਹੋਰ ਮਜ਼ਬੂਤੀ ਬਣਾ ਲਈ, ਹੌਸਲੇ ਬੁਲੰਦ ਹੋ ਗਏ, ਅੱਗੇ ਵਧਦੇ ਗਏ। ਤੇ ਰਾਵੜੀ ਜੋ ਸਰਾਏ ਸਮੇਤ ਸਿੰਘਾਂ ਦੇ ਗਿਆਨ ਵਿਸ਼ਵਾਸਾਈ ਫੌਜ ਨੇ ਰੋਕ ਲਈ ਸੀ, ਮੁੜ ਉਸ ਨੂੰ ਛੁਡਾ ਲੈਣਾ ਤਾਂ ਸਹਿਜ ਦੀ ਗੱਲ ਸਮਝ ਰੱਖੀ ਸੀ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਤਾਂ ਇੱਕ ਚੁਟਕੀ ਦਾ ਕੰਮ ਹੈ, ਸਿੰਘਾਂ ਨੇ ਇਹ ਸਮਝ ਰੱਖਿਆ ਜੀ ਕਿ ਰਾਵੜੀ ਛਡਾਉਣੀ ਤਾਂ ਸਾਡੇ ਵਾਸਤੇ ਸਹਿਜ ਦੀ ਗੱਲ ਹੈ। ਸਾਧ ਸੰਗਤ ਜੀ, ਬਾਬੇ ਬੰਦੇ ਦੀ ਸਲਾਹ ਵੀ ਨਾ ਪੁੱਛੀ, ਏਕੀ ਕਰਨਾਲ ਤੋਂ ਚੜ੍ਹ ਕੇ ਵਜੀਦ ਖਾਂ ਫੌਜਦਾਰੀ ਸਾਈ ਨੂੰ ਕਹਿ ਭੇਜਿਆ ਕਿ ਸਰਾਂ ਖਾਲੀ ਕਰ ਦਿਓ, ਨਹੀਂ ਤਾਂ ਸਿੰਘਾਂ ਦਾ ਹੱਲਾ ਜੋ ਅੱਲਾ ਦਾ ਕਹਿਰ ਹੈ ਤੇਰੇ ਉੱਤੇ ਹੋਏਗਾ। ਇਹੋ ਸੁਨੇਹਾ ਸੁਣ ਕੇ ਸਾਰੀ ਬਾਦਸ਼ਾਹੀ ਫੌਜ ਅਮੀਰ ਖਾਂ, ਵਜੀਦ ਖਾਂ ਤੇ ਰਮਾਵਤ ਖਾਂ ਹੋਰ ਬਹੁਤ ਸਾਰੇ ਜੋ ਨਾਮੀ ਫੌਜੀ ਸਨ, ਆਪਣੀ ਆਪਣੀ ਫੌਜ ਲੈ ਕੇ ਸਿੰਘਾਂ ਦਾ ਹੱਲਾ ਰੋਕਣ ਦੇ ਲਈ ਤਿਆਰ ਹੋ ਬੈਠੇ। ਤੇ ਉਧਰੋਂ ਸਿੰਘਾਂ ਨੇ ਰਾਵੜੀ ਦੇ ਤਕੀਸਰ ਦੇ ਵਿਚਕਾਰ ਇਸ ਵੱਡੇ ਉੱਚੇ ਥੇ ਉੱਤੇ ਜਿਸ ਨੂੰ ਲੋਕੀ ਪਾਂਡਵਾਂ ਦਾ ਆਖਦੇ ਸਨ, ਮੁਸਲਮਾਨੀ ਫੌਜ ਨੇ ਤੇ ਮੋਰਚੇ ਬੰਨ ਬੈਠੇ, ਕਿਉਂਕਿ ਅਮੀਨ ਖਾਨ ਨੇ ਉੱਥੇ ਇੱਕ ਪਿੰਡ ਅਮੀਨਗੜ੍ਹ ਨਾਮੀ ਵਸਾ ਰੱਖਿਆ ਸੀ ਅਤੇ ਰਾਵੜੀ ਵਾਲੀ ਵੀ ਲੋਕ ਰੱਖੀ। ਹੁਣ ਸਿੰਘਾਂ ਦੇ ਵਿਜਯੀ ਦਲ ਨੇ ਉਸ ਦੀ ਪਰਵਾਹ ਨਾ ਕੀਤੀ। ਰਾਵੜੀ ਦੀ ਸਰਾਂ ਹੀ ਪਹਿਲੇ ਅੱਗੇ ਜਾ ਵੜੀ। ਸਾਈ ਫੌਜ ਛੱਡ ਕੇ ਅਮੀਨਗੜ੍ਹ ਦੇ ਵਿੱਚ ਜਾ ਵੜੀ। ਹੁਣ ਸਿੰਘ ਦਾ ਅਮੀਨਗੜ੍ਹ ਵਿੱਚੋਂ ਵੀ ਸਾਈ ਫੌਜ ਨੂੰ ਕੱਢਣ ਦੇ ਗੁਰਮਤੇ ਕਰਨ ਲੱਗੇ ਸਨ। ਅਮੀਰ ਖਾਂ ਆਪਣੀ ਸਹਾਇਤਾ ਦੇ ਵਾਸਤੇ ਸਾਈ ਫੌਜ ਮੰਗਾ ਰਿਹਾ ਸੀ ਲਾਹੌਰ ਤੋਂ। ਉਦੋਂ ਵਾਲੀ ਦੇ ਥਾਂ ਵਾਂਗੂ ਜੋ 1500-1600 ਸਾਲ ਤੋਂ ਬਾਅਦ ਲੋਕਾਂ ਨੂੰ ਕਸ਼ਟ ਦਾ ਕਾਰਨ ਬਣਿਆ ਹੋਇਆ ਸੀ, ਹੁਣ ਵੀ ਉਸੇ ਬੇਦਾਸੀ ਕਰ ਪੂਰਤ ਹੈ। ਹੁਣ ਇਹ ਮੈਦਾਨ ਹੈ ਵੀ ਪਹਿਲੇ ਜਿੱਥੇ ਕੌਰਵਾਂ ਤੇ ਪਾਂਡਵਾਂ ਦੇ ਸਮੇਂ ਮਹਾਭਾਰਤ ਹੋਇਆ ਸੀ, ਦੂਜੇ ਪ੍ਰਿਥਵੀ ਰਾਜ ਚੌਹਾਨ ਦੇ ਸਮੇਂ ਸਾਧ ਸੰਗਤ ਜੀ ਇਹੋ ਸੁਹਾਬੂਦੀਨ ਗੌਰੀ ਲੜੇ ਸਨ। ਤੀਸਰੇ ਗੌਰੀ ਪਠਾਨਾਂ ਦੀ ਕੱਟ ਵੱਢ ਵੀ ਇੱਥੇ ਹੀ ਹੋਈ ਸੀ। ਚੌਥੇ ਲੋਧੀ ਪਠਾਨ ਇਬਰਾਹਿਮ ਬਾਦਸ਼ਾਹ ਤੇ ਬਾਬਰ ਮੁਗਲ ਅਹਿਮਦ ਸ਼ਾਹ ਦੁਰਾਨੀ ਉਹ ਵੀ ਲੋਹਾਨ ਹੋਏ ਇਸੇ ਜਗ੍ਹਾ ਦੇ ਉੱਤੇ, ਜਿਨ੍ਹਾਂ ਵਿੱਚੋਂ ਭਾਊ ਜੀ ਵਿਸ਼ਵਾਸ ਰਾਓ ਵਰਗੇ ਬੇਸ਼ੁਮਾਰ ਸਰਦਾਰ ਮਹਾਰਾਜੇ ਉਹ ਜੂਝੇ ਸਨ, ਜਿਨ੍ਹਾਂ ਦੇ ਮੁਕਿਆਂ ਦੇ ਛੜੀਆਂ ਦੇ ਕਈ ਲੱਖ ਰੁਪਏ ਮੁੱਲ ਸੀ। ਮੁਕਿਆਂ ਦੀਆਂ ਛੜੀਆਂ ਸਨ ਜਿਨ੍ਹਾਂ ਦੇ ਲੱਖਾਂ ਰੁਪਏ ਸੰਗਤ ਦੀ ਮੁੱਲ ਪਏ। ਤੇ ਸਤਵੇਂ ਹੁਣ ਸਿੰਘਾਂ ਦੀ ਤੇ ਸਾਈ ਫੌਜ ਦੀ ਮੁੱਠਭੇੜ ਵੀ ਇੱਥੇ ਹੀ ਹੋਈ। ਇਸੇ ਜਗ੍ਹਾ ਦੇ ਉੱਤੇ ਸਿੰਘਾਂ ਤੇ ਸਾਈ ਫੌਜਾਂ ਦੀ ਲੜਾਈ ਹੋਈ। ਇਹ ਮਹਾਂਘੋਰ ਯੁੱਧ ਐਸੇ ਹੋਏ ਹਨ ਜਿਨ੍ਹਾਂ ਦੇ ਲਹੂ ਦੇ ਨਾਲ ਇਹ ਧਰਤੀ ਕਈ ਮਹੀਨੇ ਲਾਲ ਸੁਖੀ ਚੁੰਨੀ ਪਹਿਨ ਕੇ ਅਸੇੜ ਵੀਰ ਗੋਭੀ ਬਣੀ ਬੈਠੀ ਰਹਿੰਦੀ ਹੈ। ਬਾਕੀ ਛੋਟੇ ਲੜਾਈ ਝਗੜੇ ਜੰਗਾਂ ਤਾਂ ਇੱਥੇ ਆਮ ਹੀ ਹੁੰਦੀਆਂ।
ਪਰ ਇਹ ਟੁਕੜਾ ਜ਼ਮੀਨ ਦਾ ਸੂਰਬੀਰਾਂ ਮਨੁੱਖਾਂ ਦੇ ਘੋੜਿਆਂ ਦੇ ਲਹੂ ਦਾ ਇਹੋ ਜਿਹਾ ਪਿਆਸਾ ਹੈ ਜੋ ਹਰ ਵੇਲੇ ਵੱਡੇ ਵੱਡੇ ਯੋਧੇ ਸੂਰਬੀਰਾਂ ਦੇ ਰੰਗ ਦੀਆਂ ਘੁੱਟਾਂ ਭਰਦਾ ਹੋਇਆ ਅਜੇ ਤੱਕ ਵੀ ਨਹੀਂ ਲੱਗਿਆ। ਸਾਧ ਸੰਗਤ ਜੀ, ਇਹ ਧਰਤੀ ਖੂਨ ਦੀ ਇੰਨੀ ਪਿਆਸੀ ਹੈ, ਯੁੱਗਾਂ ਤੋਂ ਇਹ ਮਨੁੱਖਾਂ ਦਾ ਘੋੜਿਆਂ ਦਾ ਖੂਨ ਪੀਤੀ ਆਈ ਹੈ। ਇਸ ਲਈ ਪਿਆਸ ਹੈ ਜੋ